ਹੈਲੋ ਸਟੂਡੈਂਟਸ, ਹਾਊ ਆਰ ਯੂ? ਅੱਜ ਅਸੀਂ ਕਰਨ ਜਾ ਰਹੇ ਹਾਂ ਲੈਸਨ 3rd। ਸੋ ਇਸ ਤੋਂ ਪਹਿਲਾਂ ਕਿ ਲੈਸਨ 3rd ਮੈਂ ਸ਼ੁਰੂ ਕਰਾਂ, ਮੈਂ ਤੁਹਾਡੇ ਕੋਲ ਦੋ ਕੁਐਸਚਨ ਪੁੱਛ ਸਕਦਾ? ਓਕੇ, ਸੋ ਮੇਰਾ ਪਹਿਲਾ ਕੁਐਸਚਨ ਹੈ, ਡੂ ਯੂ ਫੋਲੋ ਦ ਰੂਲਸ ਵਾਈਲ ਗੋਇੰਗ ਔਨ ਦ ਰੋਡ? ਕੀ ਤੁਸੀਂ ਸੜਕ ਤੇ ਜਾਣ ਵੇਲੇ ਰੂਲਸ ਨੂੰ ਫੋਲੋ ਕਰਦੇ ਹੋ, ਉਹਨਾਂ ਦਾ ਪਾਲਣ ਕਰਦੇ ਹੋ? So obviously ਤੁਹਾਡਾ ਜਵਾਬ ਹੋਏਗਾ yes, we follow the rules while going on road. Okay, my other question is, what do you know about traffic lights? ਤੁਹਾਨੂੰ ਟ੍ਰੈਫਿਕ ਲਾਈਟਸ ਬਾਰੇ ਕੀ ਪਤਾ? Okay, ਮੈਨੂੰ ਪਤਾ ਤੁਸੀਂ ਕਹੋਗੇ red light to stop, yellow light to wait and the green light to go. Very good. So ਅੱਜ ਅਸੀਂ ਇਹੋ ਜਿਹੀ ਇਨਫੋਰਮੇਸ਼ਨ ਦੇ ਨਾਲ ਰਿਲੇਟਡ ਲੈਸਨ ਕਰਾਂਗੇ ਜਿਸ ਦਾ ਨਾਮ ਹੈ ਸੇਫਟੀ ਰੂਲਸ, ਕਿ ਸੁਰੱਖਿਆ ਦੇ ਕਾਨੂੰਨ ਕਿਹੜੇ-ਕਿਹੜੇ ਹਨ। ਸੋ ਆਓ ਪਹਿਲਾਂ ਕੁਝ ਨਵੇਂ-ਨਵੇਂ ਵਰਡਸ ਜੋ ਇਸ ਚੈਪਟਰ ਵਿੱਚ ਆਏ ਹੋਏ ਹਨ, ਅਸੀਂ ਉਹਨਾਂ ਦੇ ਮੀਨਿੰਗਸ ਨੂੰ ਜਾਣ ਲਈਏ ਤਾਂ ਕਿ ਸਾਨੂੰ ਲੈਸਨ ਪੜ੍ਹਨ ਵਿੱਚ ਕੋਈ ਦਿੱਕਤ ਨਾ ਆਏ। ਸੋ ਫਸਟ ਹੈ ਪ੍ਰੋਮਿਸਡ। ਪ੍ਰੋਮਿਸਡ ਹੁੰਦਾ ਵਾਅਦਾ ਕੀਤਾ। He promised me to go there. ਉਸਨੇ ਮੇਰੇ ਨਾਲ ਉੱਥੇ ਜਾਣ ਦਾ ਵਾਅਦਾ ਕੀਤਾ। Remember, ਯਾਦ ਰੱਖਣਾ। Remember this incident. ਇਸ ਇਨਸੀਡੈਂਟ ਨੂੰ ਯਾਦ ਰੱਖਣਾ। ਇਨਸੀਡੈਂਟ ਕੀ ਹੁੰਦਾ? ਘਟਨਾ। ਹਰੀਡਲੀ, ਹਰੀਡਲੀ ਹੁੰਦਾ ਕਾਹਲੀ ਦੇ ਨਾਲ, ਛੇਤੀ ਛੇਤੀ। ਹੀ ਵਾਜ਼ ਡਰਾਈਵਿੰਗ ਹਿਜ਼ ਕਾਰ ਹਰੀਡਲੀ। ਉਹ ਆਪਣੀ ਕਾਰ ਨੂੰ ਕਾਹਲੀ ਕਾਹਲੀ ਚਲਾ ਰਿਹਾ ਸੀ। ਪੈਸੇਂਜਰਸ, ਯਾਤਰੀ। ਸੋ ਦੇਅਰ ਵਰ 4 passengers in the bus. ਇੰਜਰੀ, ਸੱਟ। I got a severe injury. Severe ਹੁੰਦਾ ਬਹੁਤ ਜ਼ਿਆਦਾ। Severe, S-E-V-E-R-E. I got a severe injury from this accident. Next ਕੀ ਹੈ? Vehicle. Vehicle ਹੁੰਦਾ ਯਾਤਾਯਾਤ ਦਾ ਸਾਧਨ। There are many transport vehicles. Next, crossing, ਪਾਰ ਕਰ ਰਿਹਾ। He was crossing the road. Last ਹੈ pedestrians. Pedestrians ਹੁੰਦੇ ਨੇ ਪੈਦਲ ਚੱਲਣ ਵਾਲੇ ਯਾਤਰੀ। There are many pedestrians on the footpath. ਕਿ ਫੁੱਟਪਾਥ ਤੇ ਪੈਦਲ ਚੱਲਣ ਵਾਲੇ ਯਾਤਰੀ ਕਾਫੀ ਸਨ। Okay, let's start. ਸੋ ਆਪਾਂ ਦੇਖਾਂਗੇ ਕਿ ਇਸ ਚੈਪਟਰ ਦੇ ਵਿੱਚ ਰਮਨ ਅਤੇ ਰਮਨ ਦੇ ਡੈਡੀ ਦੇ ਵਿਚਕਾਰ ਕੀ ਗੱਲਬਾਤ ਹੁੰਦੀ ਹੈ। ਲੈਟਸ ਸਟਾਰਟ। ਰਮਨ ਕੀ ਕਹਿੰਦਾ? ਡੈਡ, ਯੂ ਪ੍ਰੋਮਿਸਡ ਟੂ ਟੇਕ ਮੀ ਟੂ ਦ ਸ਼ਾਪਿੰਗ ਮਾਲ ਔਨ ਸੈਟਰਡੇ। ਕਿ ਡੈਡੀ ਤੁਸੀਂ ਮੈਨੂੰ ਪ੍ਰੋਮਿਸ ਕੀਤਾ ਸੀ ਕਿ ਤੁਸੀਂ ਮੈਨੂੰ ਸੈਟਰਡੇ ਨੂੰ ਸ਼ਾਪਿੰਗ ਮਾਲ ਲੈ ਕੇ ਚੱਲੋਗੇ। ਡੈਡੀ, ਆਈ ਰਿਮੈਂਬਰ ਮਾਈ ਚਾਈਲਡ। ਮੈਨੂੰ ਯਾਦ ਹੈ ਮੇਰੇ ਬੱਚੇ। ਫਿਨਿਸ਼ ਯੂਰ ਬ੍ਰੇਕਫਾਸਟ ਐਂਡ ਗੈਟ ਰੈਡੀ ਟੂ ਗੋ। ਆਪਣਾ ਬ੍ਰੇਕਫਾਸਟ ਖਤਮ ਕਰੋ ਅਤੇ ਜਾਣ ਲਈ ਤਿਆਰ ਹੋ ਜਾਓ। ਰਮਨ, ਯੂ ਆਰ ਦ ਬੈਸਟ ਡੈਡ। ਕਿ ਇਹ ਤੁਸੀਂ ਸਭ ਤੋਂ ਚੰਗੇ ਡੈਡੀ ਹੋ। ਰਮਨ ਫਿਨਿਸ਼ਡ ਹਿਜ਼ ਬ੍ਰੇਕਫਾਸਟ ਹਰੀਡਲੀ ਐਂਡ ਗਾਟ ਰੈਡੀ। ਰਮਨ ਨੇ ਆਪਣਾ ਬ੍ਰੇਕਫਾਸਟ ਫਟਾਫਟ ਖਤਮ ਕੀਤਾ ਅਤੇ ਤਿਆਰ ਹੋ ਗਿਆ। ਆਈ ਐਮ ਰੈਡੀ, ਮੈਂ ਤਿਆਰ ਹਾਂ। ਡੈਡੀ ਕੀ ਕਹਿੰਦੇ? ਲੈਟਸ ਗੋ, ਆਓ ਚਲਿਏ। ਵਾਈਲ ਸਿਟਿੰਗ ਇਨ ਦ ਕਾਰ, ਡੈਡੀ ਆਸਕਡ ਰਮਨ ਟੂ ਵੀਅਰ ਹਿਜ਼ ਸੀਟ ਬੈਲਟ। ਕਾਰ ਵਿੱਚ ਬਹਿੰਦੇ ਹੋਏ ਡੈਡੀ ਨੇ ਰਮਨ ਨੂੰ ਕਿਹਾ ਕਿ ਉਹ ਆਪਣੀ ਸੀਟ ਬੈਲਟ ਬੰਨ ਲਵੇ। ਰਮਨ, I know daddy that the traffic policeman would challan us if we are not wearing the seat belt. ਰਮਨ ਕਹਿੰਦਾ ਕਿ ਹਾਂ ਡੈਡੀ, ਮੈਨੂੰ ਪਤਾ ਹੈ ਕਿ ਜੇ ਮੈਂ ਸੀਟ ਬੈਲਟ ਨਾ ਬੰਨੀ ਤਾਂ ਟ੍ਰੈਫਿਕ ਪੁਲਿਸ ਵਾਲਾ ਸਾਡਾ ਚਲਾਨ ਕੱਟ ਦੇਗਾ। Daddy laughs. Daddy ਹੱਸਦੇ ਆ। We do not wear seat belt for the policeman. ਅਸੀਂ ਪੁਲਿਸਮੈਨ ਕਰਕੇ ਸੀਟ ਬੈਲਟ ਨਹੀਂ ਬੰਨਦੇ। We wear it for our safety. ਅਸੀਂ ਇਸ ਨੂੰ ਆਪਣੀ ਸੁਰੱਖਿਆ ਲਈ ਬੰਨਦੇ ਹਾਂ। It protects the driver and the passengers from injury during the type of accident. ਇਹ ਜੇ ਕੋਈ ਐਕਸੀਡੈਂਟ ਹੋ ਜਾਏ ਤਾਂ ਗੱਡੀ ਦੇ ਵਿੱਚ ਬੈਠੇ ਹੋਏ ਡਰਾਈਵਰ ਅਤੇ ਯਾਤਰੀਆਂ ਦੀ ਸੱਟ ਫੇਟ ਲੱਗਣ ਤੋਂ ਸੁਰੱਖਿਆ ਕਰਦੀ ਹੈ। ਰਮਨ, he pulls his seat belt and smiles. ਤੇ ਉਹਨੇ ਕਰਦਿਆਂ ਆਪਣੀ ਸੀਟ ਬੈਲਟ ਖਿੱਚੀ ਅਤੇ ਉਹ ਮੁਸਕਰਾਉਂਦਾ ਹੈ।
At traffic signal, Daddy stops the car just on the zebra crossing. Traffic signal ਜਦੋਂ ਆਏ ਭਾਵ ਜਦੋਂ ਉਹ ਲਾਈਟਸ ਆ ਗਈਆਂ ਉਦੋਂ ਡੈਡੀ ਨੇ ਕੀ ਕੀਤਾ ਉਹਨਾਂ ਨੇ ਜ਼ੈਬਰਾ ਕ੍ਰੋਸਿੰਗ ਤੇ ਹੀ ਆਪਣੀ ਕਾਰ ਨੂੰ ਸਟਾਪ ਕਰ ਲਿਆ ਰਮਨ ਡੈਡੀ we should not stop the vehicles on the zebra crossing ਤਾਂ ਰਮਨ ਡੈਡੀ ਨੂੰ ਕਹਿੰਦਾ ਕਿ ਡੈਡੀ ਸਾਨੂੰ ਜ਼ੈਬਰਾ ਕ੍ਰੋਸਿੰਗ ਦੇ ਉੱਤੇ ਆਪਣੇ ਵਹੀਕਲਸ ਭਾਵ ਆਪਣੀ ਕਾਰ ਮੋਟਰਸਾਈਕਲ ਯਾਤਾਯਾਤ ਦੇ ਸਾਧਨ ਇਹਨਾਂ ਨੂੰ ਜ਼ੈਬਰਾ ਕ੍ਰੋਸਿੰਗ ਦੇ ਉੱਤੇ ਨਹੀਂ ਖੜੇ ਕਰਨਾ ਚਾਹੀਦਾ our teacher told us ਸਾਡੇ ਅਧਿਆਪਕ ਨੇ ਸਾਨੂੰ ਦੱਸਿਆ that zebra crossing is for the safety of the pedestrians ਕਿ ਇਹ ਤਾਂ ਪੈਦਲ ਚੱਲਣ ਵਾਲੇ ਯਾਤਰੀਆਂ ਦੀ ਸੁਰੱਖਿਆ ਲਈ ਬਣਾਏ ਗਏ ਹਨ vehicles have to stop before the zebra crossing to let the pedestrians cross the road safely ਗੱਡੀਆਂ ਨੂੰ ਜ਼ੈਬਰਾ ਕ੍ਰੋਸਿੰਗ ਤੋਂ ਪਹਿਲਾਂ ਹੀ ਰੁਕ ਜਾਣਾ ਚਾਹੀਦਾ ਹੈ ਤਾਂ ਕਿ ਪੈਦਲ ਚੱਲਣ ਵਾਲੇ ਯਾਤਰੀ ਰੋਡ ਨੂੰ ਸੁਰੱਖਿਅਤ ਪਾਰ ਕਰ ਸਕਣ ਡੈਡੀ very well ਰਮਨ starts singing ਡੈਡੀ ਨੇ ਰਮਨ ਨੂੰ ਕਿਹਾ ਬਹੁਤ ਅੱਛੇ ਰਮਨ ਉਸ ਤੋਂ ਬਾਅਦ ਰਮਨ ਗਾਣਾ ਗਾਣਾ ਸ਼ੁਰੂ ਕਰ ਦਿੰਦਾ ਹੈ ਕਿਹੜਾ ਗਾਣਾ ਗਾਉਂਦਾ red light what do you say I say stop right away yellow light what do you say I say wait right away green light what do you say I say go right away ਸੋ ਇਹ ਗਾਣਾ ਰਮਨ ਗਾਉਂਦਾ ਹੈ ਉਸ ਤੋਂ ਬਾਅਦ ਡੈਡੀ ਸਮਾਈਲਸ ਐਂਡ ਮੂਵਸ ਅ ਕਾਰ when the signal goes green ਡੈਡੀ ਮੁਸਕਰਾਉਂਦੇ ਹਨ ਉਹਦਾ ਗਾਣਾ ਸੁਣ ਕੇ ਤੇ ਜਦੋਂ ਲਾਈਟਾਂ ਵਿੱਚ ਗ੍ਰੀਨ ਸਿਗਨਲ ਹੋ ਜਾਂਦਾ ਹੈ ਤੇ ਡੈਡੀ ਕਾਰ ਚਲਾ ਦਿੰਦੇ ਹਨ ਸੋ ਦੇਖੋ ਸਾਨੂੰ ਟ੍ਰੈਫਿਕ ਸਿਗਨਲਸ ਬਾਰੇ ਕਿੰਨੀ ਅੱਛੀ ਤਰ੍ਹਾਂ ਸਿਖਾਇਆ ਗਿਆ ਹੋਪ ਤੁਸੀਂ ਸਾਰਿਆਂ ਨੇ ਬਹੁਤ ਅੱਛੀ ਤਰ੍ਹਾਂ ਸਿੱਖਿਆ ਵੀ ਹੋਵੇਗਾ ਸੋ ਆਪਾਂ ਨੂੰ ਹੁਣ ਇਹ ਜਾਣਕਾਰੀ ਸਦਾ ਯਾਦ ਰਹੇ ਇਸ ਲਈ ਅਸੀਂ ਹੁਣ ਐਕਸਰਸਾਈਜ਼ ਵੀ ਕਰਦੇ ਹਾਂ ਲੈਟਸ ਸਟਾਰਟ First question What did Daddy promise Raman? Daddy ਨੇ ਰਮਨ ਨੂੰ ਕੀ ਪ੍ਰੋਮਿਸ ਕੀਤਾ ਸੀ Daddy promised to take Raman to the shopping mall on Saturday. Next Why do we wear seat belt? ਅਸੀਂ seat belt ਕਿਉਂ ਬੰਨ੍ਹਦੇ ਹਾਂ We wear the seat belt for our safety. ਅਸੀਂ ਆਪਣੀ ਸੇਫਟੀ ਲਈ seat belt ਬੰਨ੍ਹਦੇ ਹਾਂ Third, what did the teacher tell Raman about zebra crossing? Teacher ਨੇ ਰਮਨ ਨੂੰ zebra crossing ਬਾਰੇ ਕੀ ਕਿਹਾ? The teacher told Raman that zebra crossing is for the safety of the pedestrians. Teacher ਨੇ ਰਮਨ ਨੂੰ ਕਿਹਾ ਕਿ zebra crossing ਪੈਦਲ ਚੱਲਣ ਵਾਲੇ ਯਾਤਰੀਆਂ ਦੀ ਸੁਰੱਖਿਆ ਲਈ ਹੈ Next, where should we stop our vehicles? ਸਾਨੂੰ ਆਪਣੇ vehicles ਕਿੱਥੇ stop ਕਰਨੇ ਚਾਹੀਦੇ ਹਨ? We should stop our vehicle before the zebra crossing. Next, what does the green light indicate? ਕਿ green light ਸਾਨੂੰ ਕੀ ਇਸ਼ਾਰਾ ਕਰਦੀ ਹੈ? The green light indicates us to go. Okay, next, objective type questions. So ਇਹਦੇ ਵਿੱਚ ਅਸੀਂ ਇੱਕ correct option ਤੇ ਟਿਕ ਕਰਾਂਗੇ. First question है Raman and his daddy were going to yes a shopping mall. Second, zebra crossing is meant for pedestrians. Third, yellow light indicates us to wait. Fourth, seat belt protects us from injury. Next, match the words under A with their meaning under B. So ਅਸੀਂ A ਦੇ ਵਿੱਚ ਲਿਖੇ ਹੋਏ ਸ਼ਬਦਾਂ ਨੂੰ ਉਹਨਾਂ ਦੇ meanings ਜੋ ਕਿ B ਦੇ ਵਿੱਚ ਲਿਖੇ ਹੋਏ ਹਨ ਉਹਨਾਂ ਦੇ ਨਾਲ ਮੈਚ ਕਰਨਾ ਹੈ hurriedly yes quickly passengers travelers vehicles means of transport injure harm remember recall very good next color the picture according to the colors filled in the shapes so ਉੱਪਰ shapes ਦਿੱਤੀਆਂ ਹਨ ਤੇ ਨੀਚੇ ਉਹ shapes ਨੂੰ ਮਿਲਾ ਕੇ ਇੱਕ ਫਿਗਰ ਬਣਾਈ ਹੋਈ ਹੈ ਅਸੀਂ ਇਸ ਸਾਰੀ ਫਿਗਰ ਵਿੱਚ ਕਲਰ ਡਰਾ ਕਰਨੇ ਹਨ ਸੋ ਜਿੱਥੇ ਤੁਸੀਂ ਰੈਕਟੈਂਗਲ ਦੇਖੋਗੇ ਉੱਥੇ ਤੁਸੀਂ ਬ੍ਰਾਊਨ ਕਲਰ ਕਰ ਦੇਣਾ ਜਿੱਥੇ ਤੁਸੀਂ ਪੈਂਟਾਗਨ ਦੇਖੋਗੇ ਉੱਥੇ ਤੁਸੀਂ orange ਕਲਰ ਕਰਨਾ ਜਿੱਥੇ ਤੁਸੀਂ ਸਟਾਰ ਦੇਖੋਗੇ ਉੱਥੇ ਗ੍ਰੀਨ ਪਲੱਸ ਦੇ ਨਿਸ਼ਾਨ ਵਿੱਚ ਰੈੱਡ triangle ਵਿੱਚ pink circle yellow square blue ਤੇ oval shape ਵਿੱਚ black
Next, how many times have the following shapes been used in the picture? So ਹੁਣ ਆਪਾਂ ਉੱਪਰਲੀ ਪਿਕਚਰ ਚ ਗਿਣਦੇ ਹਾਂ ਕਿ ਨੀਚੇ ਲਿਖੀਆਂ ਹੋਈਆਂ shapes ਕਿੰਨੀ ਵਾਰ ਯੂਜ਼ ਹੋਈਆਂ ਹਨ. So square ਲਿਖਿਆ ਹੀ ਹੋਇਆ ਕਿ ਇੱਕ ਵਾਰ ਯੂਜ਼ ਹੋਇਆ one time, ਠੀਕ ਹੈ. Triangle ਦੇਖੇ ਕਿੰਨੀਆਂ ਹੋਈਆਂ? So ਮੈਂ ਵੀ triangles ਗਿਣਦਾ ਤੇ ਤੁਸੀਂ ਵੀ ਗਿਣਨੀਆਂ. ਜੇ ਮੇਰੇ ਕੋਲ ਕੋਈ ਰਹਿ ਗਈ ਤੇ ਤੁਸੀਂ ਮੈਨੂੰ comments ਵਿੱਚ ਦੱਸ ਦੇਣਾ ਕਿ ਸਰ triangles ਤਾਂ ਇੰਨੀਆਂ ਸੀ, ਤੁਸੀਂ ਇੰਨੀਆਂ ਗਿਣੀਆਂ. Okay, let's count. So ਸਭ ਤੋਂ ਉੱਪਰ ਦੇਖੀਏ ਜਿੱਥੇ ਕੰਨ ਬਣੇ ਹੋਏ ਹਨ, ਠੀਕ ਹੈ, ਟ੍ਰਾਇੰਗਲਸ ਦੇ ਨਾਲ ਬਣੇ ਹਨ. ਜਿਹੜੇ ਫੇਸ ਦੀ ਸ਼ੇਪ ਹੈ ਉਹ ਵੀ ਟ੍ਰਾਇੰਗਲ ਦੇ ਨਾਲ ਬਣੀ ਹੈ, ਠੀਕ. ਸੋ 3 ਤਾਂ ਹੋ ਗਿਆ, 3 ਹੋ ਗਿਆ ਨਾ. ਤੇ ਉਸ ਤੋਂ ਬਾਅਦ ਦੇਖੋ ਉਹਦਾ ਲੈਫਟ ਹੈਂਡ ਉਹ ਵੀ ਟ੍ਰਾਇੰਗਲ ਨਾਲ ਬਣਿਆ, ਠੀਕ ਹੈ, 4 ਹੋ ਗਈਆਂ. ਓਕੇ, ਸੋ देयर आर 4 triangles. ਨੈਕਸਟ ਸਰਕਲ ਦੇਖਦੇ ਹਾਂ ਕਿੰਨੇ ਨੇ, 2. ਤੇ ਸਟਾਰ ਕਿੰਨੇ ਨੇ, 2. ਨੈਕਸਟ ਹੈ ਪੈਂਟਾਗਨ. ਆਓ ਦੇਖਦੇ ਹਾਂ ਪੈਂਟਾਗਨ ਕਿੰਨੇ ਆ, 1. ਰੈਕਟੈਂਗਲ 1 2 3. Next, identify and write the names of the colors used in the picture. ਹੁਣ ਨੀਚੇ ਇੱਕ ਪਿਕਚਰ ਦਿੱਤੀ ਹੋਈ, ਉਹਦੇ ਵਿੱਚ ਜਿਹੜੇ ਕਲਰਸ ਯੂਜ਼ ਹੋਇਆ ਉਹਨਾਂ ਨੂੰ ਅਸੀਂ ਪਹਿਚਾਨਣਾ ਤੇ ਉਹਦੇ ਨਾਮ ਲਿਖਣੇ ਆ. ਓਕੇ, ਸੋ ਸਭ ਤੋਂ ਪਹਿਲਾਂ ਬੈਕਗ੍ਰਾਉਂਡ ਤੇ ਕਿਹੜਾ ਕਲਰ ਹੈ, ਪਿੰਕ. ਡਰਾਵਰਸ ਦਾ ਕਿਹੜਾ ਕਲਰ ਹੈ, ਗ੍ਰੀਨ. ਲੜਕੀ ਨੇ ਡਰੈਸ ਕਿਹੜੀ ਪਾਈ ਹੈ, ਬਲੂ ਐਂਡ ਪਿੰਕ. ਸੋ ਆਪਾਂ ਬਲੂ ਲਿਖ ਦਾਂਗੇ. ਲੜਕੀ ਦੇ ਜਿਹੜੇ ਵਾਲ ਹਨ, ਹੇਅਰ ਹਨ, ਉਹ ਕਿਹੜੇ ਕਲਰ ਦੇ ਹਨ, ਬ੍ਰਾਊਨ. ਸੋ ਉਹਨੇ ਕਲਿੱਪ ਕਿਹੜਾ ਲਗਾਇਆ ਹੋਇਆ, ਰੈਡ. ਸੌਕਸ ਕਿਹੜੇ ਕਲਰ ਦੀਆਂ ਨੇ, ਯੈਲੋ. ਨੈਕਸਟ, ਲੈਂਗੁਏਜ ਕਾਰਨਰ. ਆਓ ਹੁਣ ਅਸੀਂ ਐਕਸ਼ਨ ਵਰਡਸ ਸਿੱਖਦੇ ਹਾਂ. ਐਕਸ਼ਨ ਵਰਡਸ ਉਹ ਹੁੰਦੇ ਆ ਜਿਹੜੇ ਵਰਡਸ ਤੋਂ ਸਾਨੂੰ ਪਤਾ ਚੱਲੇ ਕਿ ਕਿਹੜਾ ਕੰਮ ਹੋ ਰਿਹਾ ਹੈ, ਐਕਸ਼ਨ ਕਿਹੜਾ ਹੋ ਰਿਹਾ. ਆਓ ਦੇਖਦੇ ਹਾਂ. ਮਨੂ ਇਜ਼ ਈਟਿੰਗ ਐਨ ਐਪਲ. ਸੋ ਮਨੂ ਇੱਕ ਸੇਬ ਖਾ ਰਹੀ ਹੈ. ਕਿਹੜਾ ਕੰਮ ਕਰ ਰਹੀ ਹੈ, ਖਾਣ ਦਾ. ਸੋ ਐਕਸ਼ਨ ਵਰਡ ਕਿਹੜਾ ਹੋਇਆ, ਈਟਿੰਗ. ਮਨਪ੍ਰੀਤ ਇਜ਼ ਰੀਡਿੰਗ ਅ ਬੁੱਕ. ਰੀਡਿੰਗ ਕੀ ਹੋ ਗਿਆ, ਐਕਸ਼ਨ. ਹਰਮਨ ਇਜ਼ throwing a ball. हरमन बॉल सुट रही है. So throwing की हो गया एक्शन वर्ड. अमन is skipping. अमन रस्सा टप रहा है. So skipping हो गया एक्शन वर्ड्स. अनु is drinking juice. Drinking is an action word. Dhruv and Sara are dancing. So action की कर रहे ने, dance. So इत्थे dancing की हो गया action words. So ਜਿਹੜੇ highlighted words है ना, ਜਿਹੜੇ pink ਵਿੱਚ ਲਿਖੇ ਨੇ, ਉਹਨਾਂ ਨੂੰ ਆਪਾਂ ਕਹਿੰਦੇ ਹਾਂ verbs, यानी क्रियावां, ठीक है, ਕੰਮ. Next, learn the following forms of verbs. तो आओ ਅਸੀਂ ਹੁਣ ਕੁਝ ਹੋਰ verb ਦੀਆਂ forms ਸਿੱਖਦੇ ਹਾਂ, यानी ਕਿਰਿਆ ਕਿੰਨੇ ਤਰ੍ਹਾਂ ਦੀ ਹੁੰਦੀ ਹੈ ਉਹ ਆਪਾਂ ਦੇਖਦੇ ਹਾਂ. ਸੋ ਇੱਕ ਹੁੰਦੀ ਹੈ ਫਰਸਟ ਫਾਰਮ, ਦੂਸਰੀ ਸੈਕੰਡ ਫਾਰਮ, ਤੀਸਰੀ ਥਰਡ ਫਾਰਮ. ਓਕੇ, ਜਿਵੇਂ ਕੰਮ ਹੁੰਦਾ ਆਣਾ, ਤੇ ਜੇ ਆਪਾਂ ਪਾਸਟ ਵਿੱਚ ਕਹਿਣਾ ਹੋਵੇ ਕਿ ਉਹ ਇੱਥੇ ਆਇਆ, ਫਿਰ ਆਪਾਂ ਕਹਾਂਗੇ came. ਤੇ ਥਰਡ ਫਾਰਮ ਕੀ ਹੈ, come, ਆ ਚੁੱਕਾ, ਹਨਾ, ਇਹਦੇ ਨਾਲ has, have, had ਲੱਗਦਾ. ਸੋ come ਦਾ ਮਤਲਬ ਆਣਾ, came ਮਤਲਬ ਆਇਆ. come ਥਰਡ ਫਾਰਮ ਵੀ come, ਹਨਾ, ਪਰ ਨਾਲ has, have, had ਲੱਗਣਾ ਜ਼ਰੂਰੀ ਹੈ. ਤੇ ਫਿਰ ਕੀ ਬਣ ਜਾਏਗਾ, ਆ ਚੁੱਕਾ. ਸੋ ਇਸੇ ਤਰ੍ਹਾਂ ਹੀ ਸਾਰੀਆਂ ਫਾਰਮਸ ਆਪਾਂ ਦੇਖਦੇ ਹਾਂ. ਕੱਟ ਸੋ ਇਹ ਅਨਚੇਂਜ ਰਹੇਗਾ. ਇਹਦੀਆਂ ਤਿੰਨੋਂ ਫਾਰਮਸ ਕੀ ਨੇ, ਕੱਟ. ਨੈਕਸਟ, do, did, done, eat, ate, eaten, find, found, give, gave, given, go, went, gone, keep, kept, make, made, pay, paid, run, ran, say, said, take, took, taken, write, wrote, written. Next, conjugate the following. ਹੁਣ conjugate ਦਾ ਮਤਲਬ ਕੀ ਹੁੰਦਾ ਕਿ ਜਿੱਦਾਂ ਅਸੀਂ ਉੱਪਰ ਲਿਖਿਆ ਸੀ ਨਾ, ਫਰਸਟ ਫਾਰਮ, ਸੈਕੰਡ ਫਾਰਮ, ਥਰਡ ਫਾਰਮ, ਇਹਨੂੰ ਅਸੀਂ ਕਹਿੰਦੇ ਹਾਂ conjugate ਕਰਨਾ. ਸੋ ਇਹਨੂੰ ਵੀ ਆਪਾਂ conjugate ਕਰਾਂਗੇ. ਸੋ ਕੱਟ ਕੀ ਹੈ, ਇੱਕ ਫਰਸਟ ਫਾਰਮ ਹੈ ਯਾਨੀ ਕੱਟਣਾ, ਇਹਦੀ ਸੈਕੰਡ ਫਾਰਮ ਵੀ ਕੱਟ, ਥਰਡ ਫਾਰਮ ਵੀ ਕੱਟ, ਠੀਕ ਹੈ. ਸੋ ਇਸ ਤਰ੍ਹਾਂ ਅਸੀਂ ਸੈਕੰਡ ਤੇ ਥਰਡ ਫਾਰਮ ਲਿਖਾਂਗੇ. eat, ate, eaten, do, did, done, go, went, gone, give, gave, given, pay, paid, run, ran, write, wrote, written, take, took, taken, make, made. Next,
ਅੰਡਰਲਾਈਨ ਦ ਪ੍ਰੋਨਾਉਂਸ ਇਨ ਦ ਸੈਂਟੈਂਸਸ। ਹੁਣ ਨੀਚੇ ਜਿਹੜੇ ਸੈਂਟੈਂਸ ਲਿਖੇ ਹਨ ਉਹਨਾਂ ਦੇ ਵਿੱਚ ਅਸੀਂ ਜਿਹੜੇ ਪ੍ਰੋਨਾਉਨ ਵਰਤੇ ਹਨ, ਭਾਵ ਕਿਸੇ ਦੇ ਨਾਮ ਦੀ ਜਗ੍ਹਾ ਤੇ ਜਿਹੜਾ ਸ਼ਬਦ ਆਇਆ, ਆਪਾਂ ਦੇਖ ਰਹੇ ਹਾਂ ਕਿਹੜਾ ਸ਼ਬਦ ਹੈ ਜੋ ਕਿਸੇ ਦੇ ਨਾਮ ਦੀ ਜਗ੍ਹਾ ਤੇ ਆਇਆ ਹੈ। ਏ ਹੀ ਵਾਕਡ ਟੂ ਦ ਬੱਸ ਸਟਾਪ, ਉਹ ਬੱਸ ਸਟਾਪ ਤੇ ਤੁਰਿਆ। ਸੋ ਕੋਈ ਤੁਰਿਆ ਹਨਾ, ਸੋ ਇਹਦਾ ਮਤਲਬ ਹੀ ਦੀ ਜਗ੍ਹਾ ਤੇ ਕਿਸੇ ਬੰਦੇ ਦਾ ਨਾਮ ਆਉਣਾ ਚਾਹੀਦਾ ਸੀ, ਪਰ ਉੱਥੇ ਕਿਸੇ ਦਾ ਨਾਮ ਨਹੀਂ ਆਇਆ, ਉਹਦੀ ਜਗ੍ਹਾ ਤੇ ਕੀ ਆ ਗਿਆ? ਹੀ। ਸੋ ਹੀ ਕੀ ਹੋਇਆ? ਪ੍ਰੋਨਾਉਨ। ਸੋ ਪ੍ਰੋਨਾਉਨ ਨੂੰ ਅਸੀਂ ਕੀ ਕਰ ਲਾਂਗੇ? ਅੰਡਰਲਾਈਨ। ਬੀ I am a student, I। C the dog hurt itself, ਡੌਗ ਨੇ ਆਪਣੇ ਆਪ ਨੂੰ ਹੀ ਨੁਕਸਾਨ ਪਹੁੰਚਾ ਲਿਆ। ਸੋ ਕੀ ਹੋਏਗਾ? ਆਪਣੇ ਆਪ ਨੂੰ, ਠੀਕ ਹੈ, itself। D you are a wise man, ਤੁਸੀਂ ਸਿਆਣੇ ਆਦਮੀ ਹੋ, you। E we took the furniture to his house, we his। Next ਆਰਟੀਕਲਸ। ਆਰਟੀਕਲਸ ਕਿਹੜੇ ਹੁੰਦੇ ਨੇ? ਅ, ਐਨ ਤੇ ਦ। ਓਕੇ, ਸੋ ਜਿਨ੍ਹਾਂ ਸ਼ਬਦਾਂ ਦੇ ਸ਼ੁਰੂਆਤ ਵਿੱਚ ਊੜਾ, ਐੜਾ ਜਾਂ ਈੜੀ ਦੀ ਆਵਾਜ਼ ਆਵੇ ਉਹਨਾਂ ਦੇ ਨਾਲ ਲੱਗਦਾ ਹੈ ਐਨ। ਓਕੇ, ਸੋ ਦ ਕਿਹਦੇ ਨਾਲ ਲੱਗਦਾ? ਖਾਸ ਚੀਜ਼ਾਂ ਦੇ ਨਾਲ, ਤੇ ਬਾਕੀ ਸਾਰਿਆਂ ਦੇ ਨਾਲ ਕੀ ਲੱਗੇਗਾ? ਅ। ਠੀਕ ਹੈ, ਸੋ ਸਾਰਿਆਂ ਦਾ ਮਤਲਬ ਹੁੰਦਾ ਇੱਕ, ਜਿਵੇਂ ਅ ਬੁੱਕ ਇੱਕ ਕਿਤਾਬ, ਅ ਕੈਮਲ ਇੱਕ ਊਂਟ, ਐਨ ਅੰਬ੍ਰੇਲਾ ਇੱਕ ਛਤਰੀ, ਐਨ ਅਨੀਅਨ। ਠੀਕ ਹੈ, ਸੋ ਅੰਬ੍ਰੇਲਾ ਐੜੇ ਦੀ ਆਵਾਜ਼ ਆ ਗਈ, ਅਨੀਅਨ ਐੜੇ ਦੀ ਆਵਾਜ਼ ਆ ਗਈ। ਠੀਕ ਹੈ, ਅੱਗੇ ਕੀ ਹੈ? ਤਾਜ ਮਹਿਲ ਸਪੈਸ਼ਲ ਚੀਜ਼ ਹੋ ਗਈ ਹੈ ਨਾ, ਦ ਤਾਜ ਮਹਿਲ। ਸਨ ਸੂਰਜ ਵੀ ਸਪੈਸ਼ਲ ਚੀਜ਼ ਹੈ, ਦ ਸਨ। Next, some articles have been used incorrectly in the following passage. Cross them out and write the correct article. So ਨੀਚੇ ਕੁਝ ਆਰਟੀਕਲਸ ਗਲਤ ਲਿਖੇ ਹੋਏ ਹਨ, ਆਪਾਂ ਉਹਨਾਂ ਨੂੰ ਕੀ ਕਰਨਾ ਹੈ? ਉਹਨਾਂ ਦੀ ਜਗ੍ਹਾ ਤੇ ਸਹੀ ਆਰਟੀਕਲ ਲਿਖਣੇ ਹਨ। Let's start. One morning, ਇੱਕ ਸਵੇਰ ਨੂੰ, as ਸੁਰਜੀਤ was walking to school, ਕਿ ਜਿਵੇਂ ਸੁਰਜੀਤ ਸਕੂਲ ਵੱਲ ਜਾ ਰਿਹਾ ਸੀ, he saw an big broken, ਹਨਾ, ਐਨ ਤਾਂ ਨਹੀਂ ਆਏਗਾ ਕਿਉਂਕਿ ਐਨ ਕਿਹਦੇ ਨਾਲ ਲੱਗਦਾ? ਜਿਸ ਤੋਂ ਅਗਲੇ ਸ਼ਬਦ ਦੇ ਵਿੱਚ ਊੜਾ, ਐੜਾ ਜਾਂ ਈੜੀ ਦੀ ਆਵਾਜ਼ ਆਵੇ। ਜਿਸ ਤੋਂ ਅਗਲਾ ਸ਼ਬਦ ਊੜਾ, ਐੜਾ ਜਾਂ ਈੜੀ ਦੀ ਸਾਊਂਡ ਦੇ ਨਾਲ ਸ਼ੁਰੂ ਹੋਵੇ। ਠੀਕ ਹੈ, ਸੋ ਇਹ ਕੀ ਹੈ? ਬਿਗ, ਬੱਬੇ ਦੀ ਸਾਊਂਡ ਹੈ, ਸੋ ਇੱਥੇ ਐਨ ਨਹੀਂ ਲੱਗੇਗਾ। ਸੋ ਕੀ ਆਏਗਾ? ਅ। he saw a big broken box, out of a broken box। ਠੀਕ ਹੈ, ਦੇਖੋ ਅੱਗੇ ਠੀਕ ਆ ਗਿਆ ਨਾ, a broken box, there fell the egg। ਹੁਣ the egg, ਸੋ egg ਚ ਕਾਹਦੀ ਆਵਾਜ਼ ਆ ਰਹੀ ਹੈ? ਐੜੇ ਦੀ। ਠੀਕ ਹੈ, ਸੋ ਕੀ ਆਏਗਾ? there fell an egg, what an egg। ਠੀਕ ਹੈ, ਸੋ ਅੱਗੇ ਵੀ ਕੀ ਆਏਗਾ? what an egg, it was as big as ਸੁਰਜੀਤ, ਇਹ ਸੁਰਜੀਤ ਜਿੰਨਾ ਵੱਡਾ ਹੈ। when he pushed it an egg rolled, ਹੁਣ ਇੱਥੇ an egg ਨਹੀਂ ਆਏਗਾ, ਕਿਉਂ? ਕਿਉਂਕਿ ਐਗ ਦੇਖੋ ਪਹਿਲਾਂ ਦੱਸਿਆ ਗਿਆ ਕਿ ਉਹ ਵਾਲਾ ਐਗ ਹੈ, ਹੁਣ ਜਦੋਂ ਦੁਬਾਰਾ ਉਸੇ ਐਗ ਦੀ ਗੱਲ ਕੀਤੀ, ਇਹਦਾ ਮਤਲਬ ਉਹ ਸਪੈਸ਼ਲ ਐਗ ਹੋ ਗਿਆ। ਹੁਣ ਇਹ ਨਹੀਂ ਕਿ ਕਿਸੇ ਵੀ ਐਗ ਨੂੰ ਕਹਿ ਦਿੱਤਾ, ਹੁਣ ਕਿਸੇ ਖਾਸ ਐਗ ਲਈ ਕਿਹਾ ਗਿਆ ਕਿ ਉਹ ਵਾਲਾ ਐਗ ਜੋ ਸੁਰਜੀਤ ਨੇ ਦੇਖਿਆ ਸੀ ਤੇ ਜਿਹਨੂੰ ਸੁਰਜੀਤ ਨੇ ਧੱਕਾ ਮਾਰਿਆ ਸੀ। ਠੀਕ ਹੈ, ਹੁਣ ਇਹ ਖਾਸ ਐਗ ਦੀ ਗੱਲ ਕਰ ਰਿਹਾ, ਸੋ ਇੱਥੇ ਕੀ ਆਊਗਾ? ਦ ਐਗ ਰੋਲਡ। ਓਕੇ, ਸੁਰਜੀਤ ਰੋਲਡ ਇਟ ਆਲ ਦ ਵੇ ਟੂ ਸਕੂਲ, ਸੁਰਜੀਤ ਇਸ ਨੂੰ ਸਕੂਲ ਦੇ ਸਾਰੇ ਰਸਤੇ ਰੋਲ ਕਰਦਾ ਰਿਹਾ। ਨੈਕਸਟ, ਕਮਾਂਡਸ। ਚਲੋ ਮੈਂ ਹੁਣ ਕੁਝ ਕਮਾਂਡਸ ਬੋਲਾਂਗਾ, ਮੇਰੇ ਮਗਰ ਮਗਰ ਬੋਲਣਾ, ਜਿੱਥੇ ਤੁਸੀਂ ਬੋਲਣਾ ਉੱਥੇ ਮੈਂ ਥੋੜਾ ਜਿਹਾ ਮਿਊਜ਼ਿਕ ਦਾਂਗਾ। ਠੀਕ ਹੈ, ਉੱਥੇ ਤੁਸੀਂ ਬੋਲਣਾ। ਰੈਡੀ? ਗੋ ਟੂ ਯਰ ਸੀਟ। ਵੈਰੀ ਗੁੱਡ। ਸਿਟ ਪ੍ਰੋਪਰਲੀ। ਕੀਪ ਯੂਰ ਬੁੱਕਸ ਔਨ ਦ ਟੇਬਲ। ਵੈਰੀ ਗੁੱਡ, ਸ਼ਾਬਾਸ਼। ਨੈਕਸਟ, ਰੀਡ ਦ ਵਰਡਸ ਅਲਾਉਡ, ਇਹਨਾਂ ਸ਼ਬਦਾਂ ਨੂੰ ਉੱਚੀ ਉੱਚੀ ਪੜੋ। ਲਿਸਨ ਕੇਅਰਫੁਲੀ, ਤੇ ਧਿਆਨ ਨਾਲ ਸੁਣੋ ਵੀ। ਟਰਾਈ ਟੂ ਆਇਡੈਂਟੀਫਾਈ ਦ ਡਿਫਰੈਂਟ ਸਾਊਂਡਸ ਆਫ ਸੀ, ਤੇ ਇਹਦੇ ਵਿੱਚ ਦੇਖੋ ਸੀ ਦੀਆਂ ਅਲੱਗ-ਅਲੱਗ ਆਵਾਜ਼ਾਂ ਆਉਂਦੀਆਂ। ਠੀਕ ਹੈ, ਉਹਨਾਂ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰੋ। ਫॉर ਐਗਜ਼ਾਮਪਲ, ਸੀ ਇਨ ਕੈਟ ਸਾਊਂਡਸ ਕ। ਠੀਕ ਹੈ, ਕੈਟ ਦੇ ਵਿੱਚ ਸੀ ਦੀ ਆਵਾਜ਼ ਕਿਸ ਤਰ੍ਹਾਂ ਆਉਂਦੀ ਹੈ? ਕ ਦੇ ਨਾਲ। ਐਂਡ ਸੀ ਇਨ ਆਈਸ ਸਾਊਂਡਸ ਸ, ਤੇ ਜਦੋਂ ਆਪਾਂ ਬੋਲਦੇ ਆਈਸ ਉਦੋਂ ਸੀ ਦੀ ਆਵਾਜ਼ ਕਾਹਦੀ ਆਉਂਦੀ ਹੈ? ਸ ਨਾਲ। ਠੀਕ, ਸੋ ਆਪਾਂ ਚ ਦੇਖ ਰਹੇ ਹਾਂ ਕਿ ਵੱਖ-ਵੱਖ ਸ਼ਬਦਾਂ ਵਿੱਚ ਸੀ ਦੀ ਆਵਾਜ਼ ਕ ਨਾਲ ਆਉਂਦੀ ਹੈ ਕਿ ਸ ਨਾਲ ਆਉਂਦੀ ਹੈ। ਲੈਟਸ ਸਟਾਰਟ।
ਸੋ ਪਹਿਲਾਂ ਜਿਹੜੇ ਅਸੀਂ ਲੈਫਟ ਸਾਈਡ ਵਾਲੇ ਪੜਾਂਗੇ ਉਹ ਕ ਸਾਊਂਡ ਵਾਲੇ ਪੜਾਂਗੇ। ਕੈਟ, ਕੌਰਨ, ਕੌਮ, ਕੇਕ, ਕਬ, ਕੋਪ, ਕੋਲਡ, ਕਾਰਡ। ਹੁਣ ਸ ਸਾਊਂਡ ਦੇਖਦੇ ਹਾਂ। ਆਈਸ, ਸਿਟੀ, ਰਾਈਸ, ਫੇਸ, ਪ੍ਰਾਈਸ, ਸਰਕਲ, ਪੈਨਸਿਲ, ਸਾਈਕਲ। ਠੀਕ, ਸੋ ਸਰਕਲ ਤੇ ਸਾਈਕਲ ਇਹਨਾਂ ਦੋਨਾਂ ਵਿੱਚ ਦੋਨੋਂ ਸਾਊਂਡਸ ਆਉਂਦੀਆਂ। ਪਹਿਲੀ ਸਾਊਂਡ ਸ ਦੀ ਤੇ ਦੂਜੀ ਸਾਊਂਡ ਕ ਦੀ। ਸਰਕਲ, ਸਾਈਕਲ। ਨੈਕਸਟ ਰੀਡਿੰਗ ਪ੍ਰੈਕਟਿਸ ਕਰਦੇ ਹਾਂ। ਮਾਈ ਫਾਦਰ। ਓਕੇ, ਪਿਛਲੇ ਚ ਅਸੀਂ ਕੀਤਾ ਸੀ ਮਾਈ ਕਾਓ, ਹੁਣ ਮਾਈ ਫਾਦਰ। ਇਹ 6 ਪੁਆਇੰਟਸ ਹੈ, ਆਪਾਂ ਦੇਖਦੇ ਹਾਂ ਕਿਹੜੇ ਕਿਹੜੇ। ਮਿਸਟਰ ਵਿਨੋਦ ਇਜ਼ ਮਾਈ ਫਾਦਰ। ਮਿਸਟਰ ਵਿਨੋਦ ਮੇਰੇ ਪਿਤਾ ਜੀ ਹਨ। ਸੈਕਿੰਡ ਕੀ ਲਾਈਨ ਲਿਖੀ ਹੈ? ਹੀ ਇਜ਼ 40 years old। ਉਹ 40 ਸਾਲਾਂ ਦੇ ਹਨ। ਹੀ ਇਜ਼ ਅ ਡਾਕਟਰ। ਉਹ ਡਾਕਟਰ ਹਨ। ਹੀ ਇਜ਼ ਡੈਡੀਕੇਟਡ ਟੂ ਹਿਜ਼ ਪ੍ਰੋਫੈਸ਼ਨ। ਉਹ ਆਪਣੇ ਕਿੱਤੇ ਪ੍ਰਤੀ ਸਮਰਪਿਤ ਹਨ। ਠੀਕ ਹੈ, ਉਹ ਯਾਨੀ ਆਪਣੇ ਕਿੱਤੇ ਪ੍ਰਤੀ ਪੂਰੀ ਤਨਦੇਹੀ ਨਾਲ ਮਿਹਨਤ ਕਰਕੇ ਲੱਗੇ ਹੋਏ ਹਨ। ਹੀ ਇਜ਼ ਵੈਰੀ ਹਾਰਡ ਵਰਕਿੰਗ। ਉਹ ਬਹੁਤ ਮਿਹਨਤੀ ਹਨ। ਹੀ ਆਲਵੇਜ਼ ਹੈਲਪਸ ਦ ਨੀਡੀ ਐਂਡ ਦ ਪੂਅਰ। ਉਹ ਹਮੇਸ਼ਾ ਲੋੜਵੰਦਾਂ ਅਤੇ ਗਰੀਬਾਂ ਦੀ ਮਦਦ ਕਰਦੇ ਹਨ। ਨੈਕਸਟ ਰਾਈਟਿੰਗ ਡੈਸਕ। ਹੁਣ ਆਪਾਂ ਕੁਝ ਰਾਈਟ ਕਰਦੇ ਹਾਂ। ਉਹਦੇ ਲਈ ਆਪਾਂ ਨੂੰ ਇੱਕ ਹੈਲਪ ਬਾਕਸ ਦਿੱਤਾ। ਆਪਾਂ ਇਹਦੇ ਵਿੱਚੋਂ ਸ਼ਬਦ ਚੂਜ਼ ਕਰਕੇ ਨੀਚੇ ਬਲੈਂਕਸ ਵਿੱਚ ਫਿਲ ਕਰਾਂਗੇ। ਸੋ ਪਹਿਲਾਂ ਉਹਨਾਂ ਦੇ ਮਤਲਬ ਪਤਾ ਹੋਣ। ਹੈਲਮਟ ਪਤਾ ਹੋਏਗਾ ਤੁਹਾਨੂੰ। ਰੋਡ, ਮੋਬਾਈਲ ਫੋਨ, ਗੋ, ਸੀਟ ਬੈਲਟ। ਨੀਚੇ ਦੇਖਦੇ ਹਾਂ ਕਿਹੜਾ ਸ਼ਬਦ ਕਿਹਦੇ ਵਿੱਚ ਫਿੱਟ ਹੁੰਦਾ। ਫਸਟ ਕੀ ਹੈ? ਡੋਂਟ ਰਨ ਔਨ ਦ ਰੋਡ। Second, always use seat belt in car. Third, stop, look and go. Fourth, always wear a helmet when riding a bike. Last, do not use mobile while driving. Driving ਕਰਦੇ ਮੋਬਾਈਲ ਦੀ ਵਰਤੋਂ ਨਾ ਕਰੋ। Next, word pairs. ਹੁਣ ਆਪਾਂ ਸ਼ਬਦਾਂ ਦੇ ਜੋੜੇ ਦੇਖਾਂਗੇ ਕਿ ਦੋ ਸ਼ਬਦ ਮਿਲ ਕੇ ਕਿਸ ਤਰ੍ਹਾਂ ਇੱਕ ਅਲੱਗ ਅਰਥ ਬਣਾਉਂਦੇ ਹਨ ਤੇ ਪੇਅਰ ਬਣਾਉਂਦੇ ਹਨ। ਐਗਜ਼ਾਮਪਲ, ਸੋ ਪਹਿਲਾ ਕੀ ਆ ਗਿਆ? ਬ੍ਰੈਡ ਐਂਡ ਬਟਰ। ਦੂਜੀ ਐਗਜ਼ਾਮਪਲ ਕੀ ਹੈ? ਸਨ ਐਂਡ ਮੂਨ। ਸੋ ਨੀਚੇ ਵੀ ਜਿਹੜੇ ਦਿੱਤੇ ਹੋਏ ਨੇ ਉਹਨਾਂ ਦੇ ਵੀ ਆਪਾਂ ਪੇਅਰ ਬਣਾਉਣੇ ਹਨ। ਫਾਦਰ ਐਂਡ ਮਦਰ, ਸਾਲਟ ਐਂਡ ਪੈਪਰ, cup and saucer, brother and sister, pen and paper. Seventh, value I learnt, ਕਿ ਮੈਂ ਇਸ ਪਾਠ ਵਿੱਚੋਂ ਕੀ ਸਿੱਖਿਆ? Always follow the traffic rules. ਸਾਨੂੰ ਹਮੇਸ਼ਾ ਟ੍ਰੈਫਿਕ ਰੂਲਸ ਨੂੰ ਫੋਲੋ ਕਰਨਾ ਚਾਹੀਦਾ ਹੈ। ਐਕਟੀਵਿਟੀ ਟਾਈਮ, draw some road safety signs. ਸੋ ਤੁਸੀਂ ਇਸ ਬਾਕਸ ਵਿੱਚ ਕੁਝ ਸੇਫਟੀ ਸਾਈਨਸ ਬਣਾਉਣੇ ਹਨ। ਤੁਸੀਂ ਗੂਗਲ ਦੀ ਹੈਲਪ ਲੈ ਸਕਦੇ ਹੋ। ਟ੍ਰੈਫਿਕ ਲਾਈਟਸ ਬਣਾ ਸਕਦੇ ਹੋ, ਜ਼ੈਬਰਾ ਕ੍ਰੋਸਿੰਗ ਬਣਾ ਸਕਦੇ ਹੋ। ਠੀਕ, ਤੇ ਹੋਰ ਦੂਜੇ ਟ੍ਰੈਫਿਕ ਸਾਈਨਸ ਇੱਥੇ ਬਣਾ ਸਕਦੇ ਹੋ ਤੇ ਆਪਣੇ ਟੀਚਰ ਕੋਲੋਂ ਚੈੱਕ ਕਰਵਾ ਸਕਦੇ ਹੋ। ਸੋ ਨੈਕਸਟ ਸਲਾਈਡ ਕਿਹੜੀ ਹੈ? ਓਬੇ ਟ੍ਰੈਫਿਕ ਰੂਲਸ ਐਂਡ ਸਾਈਨਸ ਟੂ ਪ੍ਰੀਵੈਂਟ ਰੋਡ ਐਕਸੀਡੈਂਟਸ। ਸਾਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਸੰਕੇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਸੜਕ ਦੀਆਂ ਦੁਰਘਟਨਾਵਾਂ ਤੋਂ ਬਚ ਸਕੀਏ। ਲਾਸਟ, think over it. ਇਸ ਬਾਰੇ ਸੋਚੋ। The very first traffic lights were manually operated and gas lit. ਸਭ ਤੋਂ ਪਹਿਲੀ ਟ੍ਰੈਫਿਕ ਦੀ ਲਾਈਟ ਉਹ ਮਨੁੱਖਾਂ ਦੁਆਰਾ ਚਲਾਈ ਜਾਂਦੀ ਸੀ ਅਤੇ ਉਸ ਵਿੱਚ ਗੈਸ ਬਲਦੀ ਸੀ। They were installed in 1868 outside the Houses of Parliament in UK. ਇਹ ਸਭ ਤੋਂ ਪਹਿਲਾਂ 1868 ਈਸਵੀ ਵਿੱਚ UK ਦੀ ਪਾਰਲੀਮੈਂਟ ਦੇ ਬਾਹਰ ਲਗਾਈ ਗਈ।